ਕਾਂਡ 16 ਸੈਨਾ ਦਾ ਯੂਰਪੀਕਰਨ। 1822 ਦੀ ਬਸੰਤ ਰੁੱਤ ਵਿੱਚ ਨੈਪੋਲੀਅਨ ਬੋਨਾਪਾਰਟ ਦੀ ਅਨੁਸ਼ਾਸਿਤ ਸੈਨਾ ਦੇ 2 ਅਫਸਰ ਲਾਹੌਰ ਆਏ ਤੇ ਦਰਬਾਰ ਤੋਂ ਸ਼ਰਨ ਮੰਗੀ। ਉਹਨਾਂ ਨੂੰ ਬੜੀ ਖੁੱਲ੍ਹਦਿਲੀ ਨਾਲ ਉੱਚੇ ਪਦਾਂ ਦੀ ਪੇਸ਼ਕਸ਼ ਕੀਤੀ ਗਈ ਤੇ ਨੈਪੋਲੀਅਨ ਦੀ ਮਹਾਨ ਸੈਨਾ ਵਾਂਗ ਯੁੱਧ ਅਭਿਆਸਾਂ ਦੇ ਢੰਗ ਅਨੁਸਾਰ ਨਵੇਂ ਜਵਾਨ ਸਿਖਲਾਈ ਕਰਾਉਣ ਲਈ ਦਿੱਤੇ ਗਏ। ਇਸ ਨਾਲ ਪੰਜਾਬੀ ਸੈਨਾ ਦੇ ਯੂਰਪੀਕਰਨ ਨੂੰ ਬੜਾ ਉਤਸ਼ਾਹ ਮਿਲਿਆ, ਜੋ ਉਕਤ 2 ਅਫਸਰਾਂ ਤੇ ਅਨੇਕਾਂ ਹੋਰਨਾਂ ਦੀ ਸਿਖਲਾਈ ਨਾਲ ਜੋ ਉਹਨਾਂ ਦੇ ਮਗਰੋਂ ਆਏ ਏਸ਼ੀਆ ਦੀ ਇੱਕ ਸ਼ਕਤੀਸ਼ਾਲੀ ਸੈਨਾ ਬਣ ਗਈ। ਕੁਝ ਹੀ ਸਾਲਾਂ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਦਰਜਨਾਂ ਦੀ ਗਿਣਤੀ ਵਿੱਚ ਫਰਾਂਸੀਸੀ, ਅੰਗਰੇਜ਼, ਇਤਾਲਵੀ, ਸਪੇਨੀ, ਹੰਗਰੀ ਵਾਸੀ, ਯੂਨਾਨੀ ਤੇ ਯੂਰੇਸ਼ੀਆਈ ਕੌਮਾਂ ਦੇ ਲੋਕ ਦਰਬਾਰ ਵਿੱਚ ਮੁਲਾਜ਼ਮਤ ਲਈ ਆਏ। ਭਾਵੇਂ ਉਹਨਾਂ ਨੂੰ ਬਰਾਬਰ ਦੀ ਪਦਵੀ ਤੇ ਕੰਮ ਕਰਦੇ ਭਾਰਤੀਆਂ ਨਾਲੋਂ ਵਧੇਰੇ ਤਨਖਾਹ ਦਿੱਤੀ ਗਈ, ਪਰ ਉਹਨਾਂ ਉੱਪਰ ਖਾਸ ਸ਼ਰਤਾਂ ਵੀ ਥੋਪੀਆਂ ਗਈਆਂ ਸਨ। ਉਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਇਸ ਮੁਲਕ ਦੇ ਬਣ ਕੇ ਰਹਿਣ। ਉਹਨਾਂ ਨੂੰ ਦੇਸੀ ਇਸਤਰੀਆਂ ਨਾਲ ਵਿਆਹ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਉਹਨਾਂ ਨੂੰ ਮਹਾਰਾਜੇ ਦੀ ਰਸਮੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਛੱਡ ਕੇ ਜਾਣ ਦੀ ਮਨਾਹੀ ਸੀ ਤੇ ਉਹਨਾਂ ਨੂੰ ਦਰਬਾਰ ਦੇ ਵਿਰੁੱਧ ਲੜ ਰਹੇ ਕਿਸੇ ਵੀ ਦੇਸ਼ ਵਿਰੁੱਧ ਲੜਾਈ ਵਿੱਚ ਹਿੱਸਾ ਲੈਣਾ ਜ਼ਰੂਰੀ ਸੀ, ਭਾਵੇਂ ਉਹ ਉਹਨਾਂ ਦਾ ਆਪਣਾ ਮੁਲਕ ਹੀ ਕਿਉਂ ਨਾ ਹੋਵੇ। ਦਰਬਾਰ ਨੂੰ ਯੂਰਪ ਦੇ ਇਹਨਾਂ ਤਰੰਦੜਾਂ ਤੇ ਕੱਢੇ ਹੋਏ ਸੈਨਿਕਾਂ ਨੂੰ ਪੰਜਾਬ ਵਿੱਚ ਆਪਣਾ ਘਰ ਬਣਾਉਣ ਦੀ ਪ੍ਰੇਰਨਾ ਦੇਣ ਵਿੱਚ ਅੰਸ਼ਕ ਸਫਲਤਾ ਹੀ ਮਿਲੀ, ਭਾਵੇਂ ਉਹਨਾਂ ਨੇ ਖਾਲਸਾਈ ਸਰੂਪ ਦੇ ਬਾਹਰਲੇ ਭੇਖ ਤੇ ਦਸਤੂਰ ਅਪਣਾਉਣ ਵਿੱਚ, ਜਿਵੇਂ ਦਾੜ੍ਹੀ ਤੇ ਸਿਰ ਦੇ ਵਾਲ ਅਣਕਟਾਏ ਰੱਖਣੇ, ਤੰਬਾਕੂ ਤੇ ਮਾਂਸ ਤੋਂ ਪਰਹੇਜ਼ ਹੋਣਾ, ਕੋਈ ਝਿਜਕ ਨਾ ਦਿਖਾਈ ਅਤੇ ਉਹਨਾਂ ਨੇ ਬੜੇ ਚਾਅ ਨਾਲ ਕਸ਼ਮੀਰੀ ਇਸਤਰੀਆਂ ਨਾਲ ਵਿਆਹ ਕਰਕੇ ਘਰ ਵਸਾਏ। ਪਰ ਇਹ ਤਾਮੀਲ ਤੇ ਅਨੁਸਾਰਤਾ ਵੀ ਉਹਨਾਂ ਦੀਆਂ ਜੜ੍ਹਾਂ ਇਸ ਮੁਲਕ ਵਿੱਚ ਨਾ ਲਾ ਸਕੀ ਤੇ ਨਾ ਹੀ ਉਹ ਉਸ ਰਾਜ ਦੇ ਵਫ਼ਾਦਾਰ ਬਣ ਸਕੇ ਜਿਨ੍ਹਾਂ ਦਾ ਉਹਨਾਂ ਨੇ ਨਮਕ ਖਾਧਾ ਸੀ। ਜਦੋਂ ਉਹਨਾਂ ਨੇ ਕਾਫੀ ਧਨ ਕਮਾ ਲਿਆ ਸੀ ਤਾਂ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਲਵਾਰਸ ਛੱਡ ਕੇ ਆਪਣੇ ਆਪਣੇ ਮੁਲਕਾਂ ਨੂੰ ਚਲੇ ਗਏ। ਪੰਜਾਬੀ ਯੂਰਪੀਨਾਂ ਨੂੰ ਕਵਾਇਦ ਕਰਾਉਣ ਵਾਲੇ ਹਮਲਾਵਰ ਹੀ ਸਮਝਦੇ ਸਨ। 1822 ਤੋਂ ਪਹਿਲਾਂ ਹੀ ਰਾਜ ਲਈ ਜਿੱਤਾਂ ਤਾਂ ਮੋਹਕਮ ਚੰਦ, ਹਰੀ ਸਿੰਘ ਨਲੂਆ ਤੇ ਮਿਸਰ ਦੀਵਾਨ ਚੰਦ ਇਹ ਯੋਧੇ ਪ੍ਰਾਪਤ ਕਰ ਚੁੱਕੇ ਸਨ। ਉਹ ਮਿਤੀ ਤੋਂ ਮਗਰੋਂ ਵੀ ਦਰਬਾਰ ਦੀਆਂ ਮੁਹਿੰਮਾਂ ਦੀ ਪ੍ਰਭਾਵਸ਼ਾਲੀ ਵਾਂਗਡੋਰ ਪੰਜਾਬੀਆਂ ਦੇ ਹੱਥਾਂ ਵਿੱਚ ਹੀ ਰਹੀ। ਯੂਰਪੀਨਾਂ ਦੀ ਵਫ਼ਾਦਾਰੀ ਉੱਪਰ ਸਦਾ ਹੀ ਸੰਦੇਹ ਰਿਹਾ ਤੇ ਕਦੇ ਹੀ 2 ਤੋਂ ਵੱਧ ਯੂਰਪੀਨ ਅਫਸਰਾਂ ਨੂੰ ਆਪਣੀ ਫੌਜਾਂ ਨਾਲ ਲਾਹੌਰ ਵਿੱਚ ਇੱਕੋ ਸਮੇਂ ਰਹਿਣ ਦੀ ਆਗਿਆ ਦਿੱਤੀ ਜਾਂਦੀ ਸੀ। ਕੁਝ ਯੂਰਪੀ ਅਫਸਰਾਂ ਦੇ ਨਾਮ ਜ਼ਿਕਰਯੋਗ ਹਨ। ਉਹਨਾਂ ਵਿੱਚੋਂ ਸਭ ਤੋਂ ਉੱਘਾ ਪਿਆਂਦਾ ਫੌਜ ਦਾ ਅਫਸਰ ਵੈਤੂਰਾ ਸੀ, ਜੋ ਜਰਨੈਲ ਬਣਿਆ ਤੇ ਅਮਲੀ ਤੌਰ ਤੇ ਉਹ ਦਰਬਾਰ ਦੀ ਫੌਜ ਦਾ ਸੈਨਾਪਤੀ ਸੀ। ਮਗਰੋਂ ਉਸ ਨੂੰ ਮੰਡੀ ਦੇ ਕਾਊਂਟ ਨਵਾਬ ਦਾ ਪਦ ਦੀ ਪਦਵੀ ਦਿੱਤੀ ਗਈ। ਐਲਾਰਡ, ਜੋ ਘੋੜਸਵਾਰਾਂ ਦਾ ਅਫਸਰ ਸੀ, ਉਹ ਇੱਕ ਅਫਸਰ ਵਜੋਂ ਤਾਂ ਇਤਨਾ ਉੱਘਾ ਨਾ ਹੋਇਆ, ਪਰ ਉਹ ਮਹਾਰਾਜੇ ਦਾ ਖਾਸ ਚਹੇਤਾ ਬਣ ਗਿਆ, ਜਿਸ ਨੂੰ ਫਰਾਂਸੀਸੀ ਯਾਤਰੀ ਜੇਕਮਾ ਨੇ ਰਣਜੀਤ ਸਿੰਘ ਦਾ ਕਾਫੀ ਹੱਦ ਤੱਕ ਸੁਲੇਮਾਨ ਬੇਗ ਕਿਹਾ ਹੈ। ਅਲਾਰਡ ਫਰਾਂਸ ਦੇ ਸਮਰਾਟ ਲੂਈ ਫਿਲਿਪ ਵੱਲੋਂ ਮਹਾਰਾਜੇ ਲਈ ਤੋਹਫੇ ਤੇ ਸ਼ੁਭ ਇੱਛਾਵਾਂ ਦਾ ਪੱਤਰ ਲੈ ਕੇ ਆਇਆ। ਉਹ ਲਾਹੌਰ ਵਿੱਚ ਬੜੇ ਠਾਠ ਨਾਲ ਰਹਿੰਦਾ ਰਿਹਾ ਤੇ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਕੁਝ ਮਹੀਨੇ ਪਹਿਲਾਂ ਮਰ ਗਿਆ। ਉਸ ਦੀ ਨੌਕਰੀ ਵਿੱਚ ਇਤਾਲਵੀ ਪਾਓਲੋ ਦਾ ਅਵੀਤੇ ਬਾਇਲ ਤੇ ਫਰਾਂਸੀਸੀ ਕੋਟ 1826 ਵਿੱਚ ਆਏ। ਅਵੀਤੇ ਬਾਇਲ ਨੂੰ ਪਹਿਲਾਂ ਵਜ਼ੀਰਾਬਾਦ ਦਾ ਗਵਰਨਰ ਤੇ ਮਗਰੋਂ ਪਿਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਸ ਦੇ ਕਠੋਰ ਰਾਜ ਨੇ ਕਬਾਇਲੀਆਂ ਨੂੰ ਕਾਨੂੰਨ ਦਾ ਸਨਮਾਨ ਕਰਨਾ ਸਿਖਾ ਦਿੱਤਾ। ਕੋਟ, ਜੋ ਤੋਪਖਾਨੇ ਦੀ ਸਿਖਲਾਈ ਦਿੰਦਾ ਸੀ, ਲਾਹੌਰ ਦੇ ਢਲਾਈ ਕਾਰਖਾਨੇ ਵਿੱਚ ਤੋਪਾਂ ਢਾਲਿਆ ਕਰਦਾ ਸੀ। ਇੱਕ ਸਾਊ ਤੇ ਵਿਦਵਾਨ ਸੀ। ਉਹ ਦਰਬਾਰ ਦੇ ਸਰਵੋਤਮ ਵਿਗਿਆਨੀ ਪ੍ਰਤਿਭਾ ਦੇ ਸੁਆਮੀ ਲਹਿਣਾ ਸਿੰਘ ਮਜੀਠੀਆ ਨਾਲ ਰਲ ਕੇ ਕੰਮ ਕਰਦਾ ਸੀ। ਮਹਾਰਾਜੇ ਦਾ ਇੱਕ ਹੋਰ ਮਨਭਾਉਂਦਾ ਅਫਸਰ
ਸਪੇਨ ਵਾਸੀ ਸੇਨਮ ਉਜਮ ਸੀ, ਜਿਸ ਨੂੰ ਸਭ ਮੂਸਾ ਸਾਹਿਬ ਕਹਿੰਦੇ ਸਨ, ਉਹ ਜ਼ਰੂਰ ਹੀ ਉੱਚ ਪਦਵੀ ਤੱਕ ਪਹੁੰਚਦਾ ਜੇਕਰ 1828 ਵਿੱਚ ਹੈਜੇ ਦੀ ਮਹਾਮਾਰੀ ਸਮੇਂ ਉਸ ਦੀ ਜੀਵਨ ਲੀਲਾ ਸਮਾਪਤ ਨਾ ਹੋ ਗਈ ਹੁੰਦੀ। ਹਾਰਲਾ ਨਾਮ ਦਾ ਇੱਕ ਅਮਰੀਕੀ ਨੀਮ ਹਕੀਮ ਸੀ, ਜਿਸ ਨੂੰ ਪਹਿਲਾਂ ਨੂਰਪੁਰ ਤੇ ਜਸਰੋਟਾ ਦਾ ਤੇ ਮਗਰੋਂ ਗੁਜਰਾਤ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਮਹਾਰਾਜੇ ਨੇ ਦਵਾਈ ਦੇ ਬਦਲੇ 1 ਲੱਖ ਰੁਪਇਆ ਮੰਗਣ ਕਰਕੇ ਬੇਇੱਜ਼ਤ ਕਰਕੇ ਬਰਖਾਸਤ ਕਰ ਦਿੱਤਾ ਸੀ। ਹਾਰਲਾ ਦੀ ਥਾਂ ਤੇ ਇੱਕ ਹੋਰ ਯੂਰੇਸ਼ੀਆਈ ਹੋਮਜ਼ ਆ ਗਿਆ। ਇਹਨਾਂ ਤੋਂ ਬਿਨਾਂ ਹੰਗਰੀ ਦੇ ਡਾਕਟਰ ਹੋਨੀ ਬਰਗਰ ਜਿਹੇ ਵੀ ਸਨ, ਜੋ ਤੋਪਖਾਨੇ ਲਈ ਬਰੂਦ ਤਿਆਰ ਕਰਦਾ ਸੀ ਤੇ ਮਹਾਰਾਜੇ ਲਈ ਬਰਾਂਡੀ ਕੱਢਿਆ ਕਰਦਾ ਸੀ। ਯੂਰਪੀਨਾਂ ਦੀ ਭਰਤੀ ਕਰਨ ਦਾ ਵੱਡਾ ਪ੍ਰਭਾਵ ਇਹ ਸੀ ਕਿ ਮਹਾਰਾਜੇ ਦੀ ਸੈਨਾ, ਖਾਸ ਕਰਕੇ ਪਿਆਦਾ ਤੇ ਤੋਪਖਾਨੇ ਦੇ ਆਕਾਰ ਵਿੱਚ ਭਾਰੀ ਵਾਧਾ ਹੋਇਆ। 1 ਸਾਲ ਵਿੱਚ ਹੀ ਪਿਆਦਾ ਫੌਜ 8000 ਤੋਂ ਵੱਧ ਕੇ 11681 ਹੋ ਗਈ। ਮਹਾਰਾਜੇ ਦੇ ਅਕਾਲ ਚਲਾਣੇ ਸਮੇਂ ਪਿਆਦਾ ਫੌਜ ਦੀ ਗਿਣਤੀ 27000 ਸੀ। 16 ਸਾਲਾਂ ਵਿੱਚ ਤੋਪਾਂ ਦੀ ਗਿਣਤੀ 22 ਤੋਂ ਵੱਧ ਕੇ 190, ਜੰਬੂਰਕਾਂ ਦੀ 188 ਤੋਂ 280 ਹੋ ਗਈ ਤੇ ਇਸੇ ਸਮੇਂ ਵਿੱਚ ਤੋਪਖਾਨੇ ਦੇ ਕਰਮਚਾਰੀਆਂ ਦੀ ਗਿਣਤੀ 800 ਤੋਂ ਵੱਧ ਕੇ 4500 ਭਾਵ 6 ਗੁਣਾ ਹੋ ਗਈ। ਘੋੜਸਵਾਰ ਸੈਨਾ ਦੀ ਗਿਣਤੀ ਇਹਦੇ ਤਿੰਨਾਂ ਸੰਘਟਕਾਂ ਵਿੱਚ ਕਾਫੀ ਵਧੀ, ਭਾਵੇਂ ਇਹ ਇਤਨੀ ਜ਼ਿਆਦਾ ਨਹੀਂ ਵਧੀ। ਪਹਿਲਾ ਭਾਗ ਬਕਾਇਦਾ ਘੋੜਸਵਾਰ ਸੈਨਾ ਦਾ ਸੀ, ਜਿਸ ਦੀ ਸਿਖਲਾਈ ਐਲਾਰਡ ਵੱਲੋਂ ਕਰਵਾਈ ਜਾਂਦੀ ਸੀ। ਦੂਸਰਾ ਭਾਗ ਮਿਸਲਾਂ ਦੀ ਤੋੜੀ ਗਈ ਸੈਨਾ ਤੇ ਆਧਾਰਿਤ ਸੀ ਤੇ ਤੀਸਰਾ ਭਾਗ ਜਗੀਰਦਾਰਾਂ ਵੱਲੋਂ ਦਿੱਤੇ ਜਾਂਦੇ ਘੋੜਸਵਾਰਾਂ ਭਾਵ ਜਗੀਰਦਾਰੀ ਫੌਜ ਤੇ ਆਧਾਰਿਤ ਸੀ। ਫੌਜ ਦੇ ਆਕਾਰ ਵਿੱਚ ਭਾਰੀ ਵਾਧੇ ਤੇ ਇਸ ਦੀ ਯੋਗਤਾ ਬਾਰੇ 3 ਗੱਲਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ, ਕਿਉਂਕਿ ਜਦੋਂ ਤੋਂ ਸਭ ਵੱਡੀਆਂ ਜਿੱਤਾਂ ਦਾ ਕਾਰਜ ਸਮਾਪਤ ਹੋ ਗਿਆ ਸੀ ਤਾਂ ਫੌਜ ਨੂੰ ਉਸ ਆਮਦਨ ਤੇ ਹੀ ਰੱਖਿਆ ਜਾਂਦਾ ਸੀ ਜਿਸ ਵਿੱਚ ਕੋਈ ਵਾਧਾ ਨਹੀਂ ਹੋਇਆ। ਅਸਲੀਅਤ ਇਹ ਹੈ ਕਿ ਮਹਾਰਾਜੇ ਦੀ ਫੌਜ ਦਾ ਸਰਕਾਰ ਵੱਲ ਤਨਖਾਹ ਦਾ ਬਕਾਇਆ ਹੀ ਰਹਿੰਦਾ ਸੀ। 1822 ਈਸਵੀ ਤੋਂ ਮਗਰੋਂ ਤਾਂ ਤਨਖਾਹਾਂ ਦੇ ਬਕਾਏ ਇਤਨੇ ਜ਼ਿਆਦਾ ਹੋ ਗਏ ਕਿ ਫੌਜ ਛੱਡ ਕੇ ਭੱਜਣ ਦੀਆਂ ਘਟਨਾਵਾਂ ਇੱਛਾ ਅਨੁਸਾਰ ਘਟਾਉਣ ਦੀ ਥਾਂ ਉਹ ਅਨੁਸ਼ਾਸਨਹੀਨਤਾ ਤੇ ਬਗਾਵਤ ਦਾ ਰੂਪ ਧਾਰਨ ਕਰ ਗਈਆਂ। ਦੂਸਰੀ ਇਹ ਗੱਲ ਵੀ ਸੀ ਕਿ ਭਾਵੇਂ ਸਿਖਲਾਈ ਦੇ ਢੰਗ ਅਪਣਾਏ ਗਏ, ਪਰ ਭਰਤੀ ਕਰਨ ਦੇ ਢੰਗ ਪਹਿਲਾਂ ਵਾਲੇ ਹੀ ਰਹੇ। ਆਦਮੀਆਂ ਦੀ ਭਰਤੀ ਇਕੱਲੇ ਵਿਅਕਤੀ ਦੇ ਤੌਰ ਤੇ ਕਰਨ ਦੀ ਥਾਂ ਇੱਕੋ ਪਿੰਡ ਚੋਂ ਤੇ ਕਈ ਵਾਰ ਇੱਕ ਪਰਿਵਾਰ ਜਾਂ ਕੁਝ ਕਬੀਲੇ ਤੋਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਪਰਿਵਾਰ ਦਾ ਜਾਂ ਕਬੀਲੇ ਦਾ ਵਡੇਰਾ ਜੋ ਸਭ ਆਦਮੀਆਂ ਨੂੰ ਭਰਤੀ ਕਰਾਉਣ ਲਈ ਲੈ ਕੇ ਆਉਂਦਾ ਸੀ, ਉਹ ਯੋਗਤਾ ਦੇ ਆਧਾਰ ਤੇ ਅਫਸਰ ਨਿਯੁਕਤ ਹੋਣ ਦੀ ਥਾਂ ਸਿੱਧਾ ਹੀ ਅਫਸਰ ਬਣ ਜਾਂਦਾ ਸੀ। ਇਸ ਤਰ੍ਹਾਂ ਫੌਜ ਦੀ ਨਵੀਂ ਇਕਾਈ, ਜਿਸ ਵਿੱਚ 15 ਤੋਂ 20 ਆਦਮੀ ਹੀ ਹੁੰਦੇ ਸਨ, ਇੱਕੋ ਪਰਿਵਾਰ ਦੇ ਮੈਂਬਰ ਦੀ ਖੜੀ ਕਰ ਲਈ ਜਾਂਦੀ। ਇਹ ਆਦਮੀ ਇਕੱਠੇ ਡੇਰਿਆਂ ਵਿੱਚ ਰੱਖ ਕੇ ਜਥੇਬੰਦ ਕੀਤੇ ਜਾਂਦੇ ਤੇ 1822 ਈਸਵੀ ਤੋਂ ਪਿੱਛੋਂ ਉਹਨਾਂ ਨੂੰ ਲਹਿਣਾ ਸਿੰਘ ਮਜੀਠੀਆ, ਮਿਸਰ ਦੀਵਾਨ ਚੰਦ ਤੇ ਅਟਾਰੀ ਵਾਲੇ ਸਰਦਾਰਾਂ ਅਧੀਨ ਸੈਨਾ ਦਲਾਂ ਵਿੱਚ ਰੱਖਿਆ ਜਾਂਦਾ। ਇਸ ਤਰ੍ਹਾਂ ਦੀ ਭਰਤੀ ਵਿਧੀ ਨੂੰ ਜਾਰੀ ਰੱਖ ਕੇ ਦਰਬਾਰ ਨੇ ਆਪਣੀ ਤਬਾਹੀ ਦੇ ਬੀਜ ਦਿੱਤੇ। ਸੈਨਾ ਦੀ ਸਹੀ ਅਗਵਾਈ ਤਾਂ ਡੇਰਿਆਂ ਦੇ ਮੁਖੀਆਂ ਦੇ ਹੱਥਾਂ ਵਿੱਚ ਹੀ ਰਹੀ। ਇਹ ਨਵੇਂ ਡੇਰੇਦਾਰ ਆਪਣੇ ਆਦਮੀਆਂ ਲਈ ਵਧੇਰੇ ਤਨਖਾਹਾਂ ਲਈ ਸੌਦੇਬਾਜ਼ੀ ਕਰਦੇ ਰਹਿੰਦੇ। ਜੇ ਉਹਨਾਂ ਦੀਆਂ ਤਨਖਾਹਾਂ ਕਾਫੀ ਜ਼ਿਆਦਾ ਸਮੇਂ ਤੱਕ ਨਾ ਦਿੱਤੀਆਂ ਜਾਂਦੀਆਂ ਤਾਂ ਉਹ ਆਪਣੇ ਆਦਮੀਆਂ ਨੂੰ ਬਗਾਵਤ ਲਈ ਉਕਸਾਉਂਦੇ। ਸੈਨਾ ਵਿੱਚ ਕਾਰੋਬਾਰੀ ਜਥੇਬੰਦੀ ਦੇ ਵਿਚਾਰ ਵਿਆਪਕ ਹੋ ਗਏ। ਜਰਨੈਲਾਂ ਦੀ ਸਥਿਤੀ ਅਜਿਹੇ ਸੈਨਿਕ ਚਾਲਬਾਜ਼ਾਂ ਵਰਗੀ ਹੋ ਗਈ, ਜਿਨ੍ਹਾਂ ਨੂੰ ਉਹਨਾਂ ਆਦਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਸੀ ਜਿਨ੍ਹਾਂ ਦੀ ਉਹ ਅਗਵਾਈ ਕਰਦੇ ਸਨ ਤੇ ਜੋ ਉਹਨਾਂ ਪ੍ਰਤੀ ਕਿਸ ਤਰ੍ਹਾਂ ਵੀ ਵਫਾਦਾਰ ਨਹੀਂ ਸਨ। ਤੀਸਰਾ, ਫੌਜ ਦੇ ਯੂਰਪੀਕਰਨ ਦੇ ਨਾਲ ਦਰਬਾਰ ਦੀ ਸੈਨਾ ਵਿੱਚ ਅੰਗਰੇਜ਼ਾਂ ਵਿਰੁੱਧ ਜਜ਼ਬਾ ਵਧਿਆ। ਵਿਦੇਸ਼ੀ ਉੱਚ ਅਧਿਕਾਰੀਆਂ ਵਿੱਚੋਂ ਬਹੁਤੇ ਅੰਗਰੇਜ਼ਾਂ ਨੂੰ ਘ੍ਰਿਣਾ ਕਰਦੇ ਸਨ। ਉਹਨਾਂ ਇਸ ਵਿਚਾਰ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ ਕਿ ਫੌਜ ਜਿਹੜੀ ਪਹਿਲਾਂ ਹੀ ਬਹੁਤ ਵੱਡੀ ਸੀ, ਹੁਣ ਪੰਜਾਬੀਆਂ ਵੱਲੋਂ ਹਮਲੇ ਦਾ ਹਥਿਆਰ ਬਣਾ ਕੇ
ਵਰਤਣ ਲਈ ਵਧਾਈ ਜਾ ਰਹੀ ਹੈ ਤੇ ਇਸ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਸੀ। ਜਦ ਤੱਕ ਹੋਰ ਜਿੱਤਾਂ ਪ੍ਰਾਪਤ ਕਰਨ ਲਈ ਹੋਰ ਇਲਾਕੇ ਸਨ, ਸਭ ਕੁਝ ਠੀਕ ਠਾਕ ਚੱਲਦਾ ਰਿਹਾ, ਪਰ ਜਿਉਂ ਹੀ ਅੰਗਰੇਜ਼ਾਂ ਨੇ ਉਹਨਾਂ ਦੇ ਵਿਸਥਾਰ ਵਿੱਚ ਰੁਕਾਵਟ ਪਾਈ ਤਾਂ ਦਰਬਾਰ ਦੀ ਸੈਨਾ ਅੰਗਰੇਜ਼ਾਂ ਵਿਰੁੱਧ ਲੜਾਈ ਲਈ ਉਤਾਰੂ ਹੋ ਗਈ। ਮਾਰਚ 1823 ਵਿੱਚ ਨੌਸ਼ਹਿਰੇ ਦਾ ਯੁੱਧ, ਫੂਲਾ ਸਿੰਘ ਦੀ ਮੌਤ। ਦਰਬਾਰ ਨੂੰ 1822 ਵਿੱਚ ਆਪਣੀ ਯੂਰਪੀਅਨ ਢੰਗ ਦੀ ਸੈਨਾ ਨੂੰ ਉੱਤਰ ਪੱਛਮੀ ਸੀਮਾ ਤੇ ਕਾਰਜਸ਼ੀਲ ਹੁੰਦੀ ਵੇਖਣ ਦਾ ਮੌਕਾ ਮਿਲ ਗਿਆ। ਗੜਬੜ ਉਦੋਂ ਸ਼ੁਰੂ ਹੋਈ ਜਦੋਂ ਫਕੀਰ ਅਜ਼ੀਜ਼-ਉਦ-ਦੀਨ ਦਰਬਾਰ ਲਈ ਕਰ ਦੇ ਬਕਾਏ ਦੀ ਵਸੂਲੀ ਲਈ ਪਿਸ਼ਾਵਰ ਗਿਆ। ਉਸ ਦਾ ਯਾਰ ਮੁਹੰਮਦ ਨੇ ਭਰਪੂਰ ਸਵਾਗਤ ਕੀਤਾ ਤੇ ਫਕੀਰ ਦੇ ਸਨਮਾਨ ਲਈ ਸ਼ਹਿਰ ਵਿੱਚ ਦੀਪਮਾਲਾ ਕਰਨ ਦਾ ਹੁਕਮ ਦੇ ਦਿੱਤਾ। ਯਾਰ ਮੁਹੰਮਦ ਤੇ ਉਹਦੇ ਭਰਾ ਦੋਸਤ ਮੁਹੰਮਦ ਦੋਹਾਂ ਨੇ ਹੀ ਮਹਾਰਾਜੇ ਪ੍ਰਤੀ ਆਪਣੀ ਵਫਾਦਾਰੀ ਪ੍ਰਗਟ ਕੀਤੀ ਤੇ ਯਾਰ ਮੁਹੰਮਦ ਨੇ ਰਹਿੰਦੇ ਬਕਾਏ ਦੀ ਅਦਾਇਗੀ ਨਗਦ ਤੇ ਘੋੜਿਆਂ ਦੀ ਸ਼ਕਲ ਵਿੱਚ ਅਦਾ ਕਰ ਦਿੱਤੀ। ਫਕੀਰ ਅਜ਼ੀਜ਼-ਉਦ-ਦੀਨ ਆਪਣੇ ਉਦੇਸ਼ ਵਿੱਚ ਪੂਰਨ ਸਫਲਤਾ ਪਿੱਛੋਂ ਲਾਹੌਰ ਪਰਤ ਆਇਆ। ਮੁਹੰਮਦ ਆਜ਼ਮ ਖਾਂ ਨੇ ਯਾਰ ਮੁਹੰਮਦ ਨੂੰ ਕਾਫਰਾਂ ਨੂੰ ਖਾਰਜ ਅਦਾ ਕਰਨ ਤੇ ਤਾਨਾ ਮਾਰਿਆ, ਜਿਨ੍ਹਾਂ ਨੇ ਪਹਿਲਾਂ ਹੀ ਇੱਕ ਭਰਾ ਨੂੰ ਕਸ਼ਮੀਰ ਚੋਂ ਕੱਢ ਦਿੱਤਾ ਹੈ ਤੇ ਹੁਣ ਅਫਗਾਨਾਂ ਨੂੰ ਮੁਲਤਾਨ, ਡੇਰਾ ਇਸਮਾਇਲ ਖਾਂ, ਡੇਰਾ ਗਾਜੀ ਖਾਂ ਤੇ ਮਨਕੇਰਾ ਚੋਂ ਕੱਢ ਦਿੱਤਾ ਹੈ। ਮੁਹੰਮਦ ਆਜ਼ਮ ਨੇ ਕਾਬਲ ਤੋਂ ਕੂਚ ਕਰ ਦਿੱਤਾ ਤੇ ਇੱਕ ਵਾਰ ਖੈਬੜ ਦੇ ਉਜਾੜ, ਖੁਸ਼ਕ ਤੇ ਤੰਗ ਦਰਰੇ ਵਿੱਚੋਂ ਜਹਾਦ ਦੇ ਨਾਅਰੇ ਗੂੰਜਣ ਲੱਗੇ। ਕੁਝ ਹੀ ਦਿਨਾਂ ਵਿੱਚ ਬਨੇਰ ਦੇ ਸੱਯਦ ਅਕਬਰ ਸ਼ਾਹ ਦੀ ਅਗਵਾਈ ਵਿੱਚ 25,000 ਤੋਂ ਜ਼ਿਆਦਾ ਖਟਕ ਤੇ ਯੂਸਫਜੀ ਕਬਾਇਲੀ ਸਵੈ ਇੱਛਾ ਨਾਲ ਪੈਗੰਬਰ ਦੇ ਹਰੇਕ ਝੰਡੇ ਹੇਠ ਲੜਾਈ ਲੜਨ ਤੇ ਫਤਿਹ ਜਾਂ ਸ਼ਹਾਦਤ ਪ੍ਰਾਪਤ ਕਰਨ ਲਈ ਆ ਗਏ। ਯਾਰ ਮੁਹੰਮਦ ਪਿਸ਼ਾਰ ਛੱਡ ਕੇ ਨੇੜੇ ਦੀਆਂ ਪਹਾੜੀਆਂ ਵਿੱਚ ਜਾ ਲੁਕਿਆ। ਦਰਬਾਰ ਨੇ ਆਪਣੀ ਸੈਨਾ ਨੂੰ ਉੱਤਰ ਵੱਲ ਜਾਣ ਦਾ ਆਦੇਸ਼ ਦੇ ਦਿੱਤਾ। ਇਸ ਦੇ ਨਾਲ ਹੀ ਇਸ ਦੇ ਆਬਾ ਸ਼ਾਲੀ ਜਰਨੈਲ ਮਿਸਰ ਦੀਵਾਨ ਚੰਦ, ਹਰੀ ਸਿੰਘ ਨਲਵਾ, ਫੂਲਾ ਸਿੰਘ, ਫਤਿਹ ਸਿੰਘ ਆਹਲੂਵਾਲੀਆ, ਦੇਸਾ ਸਿੰਘ ਮਜੀਠੀਆ ਤੇ ਅਤਰ ਸਿੰਘ ਸੰਧਾਵਾਲੀਆ ਵੀ ਗਏ। ਉਹਨਾਂ ਦੇ ਨਾਲ ਹੀ ਨਵੀਆਂ ਸੁਸਿੱਖਿਅਤ ਸੈਨਾਵਾਂ ਤੇ ਅਲਾਰਡ ਵਤੂਰਾ ਤੇ ਗੋਰਖਾ ਜਰਨੈਲ ਬਲਭਦਰ ਵੀ ਗਏ। ਰਾਜਕੁਮਾਰ ਸ਼ੇਰ ਸਿੰਘ ਤੇ ਹਰੀ ਸਿੰਘ ਨਲਵਾ ਨੇ ਮੁਰੈਲ ਦਸਤੇ ਦੀ ਅਗਵਾਈ ਕੀਤੀ। ਉਹਨਾਂ ਨੇ ਬੇੜੀਆਂ ਦੇ ਪੁਲ ਰਾਹੀਂ ਅਟਕ ਨੂੰ ਪਾਰ ਕਰਕੇ ਜਹਾਂਗੀਰ ਦੇ ਕਿਲੇ ਤੇ ਅਧਿਕਾਰ ਕਰ ਲਿਆ। ਮਹਾਰਾਜਾ ਹੌਲੀ ਹੌਲੀ ਮੰਜ਼ਲਾਂ ਮਾਰਦਾ ਹੋਇਆ ਜਨਵਰੀ ਦੇ ਅੰਤ ਤੱਕ ਦਰਿਆ ਦੇ ਪੂਰਬੀ ਕਿਨਾਰੇ ਤੇ ਪਹੁੰਚਿਆ। ਉਸਨੂੰ ਇਹ ਵੇਖ ਕੇ ਬੜੀ ਨਿਰਾਸ਼ਤਾ ਹੋਈ ਕਿ ਅਫਗਾਨਾਂ ਨੇ ਬੇੜੀਆਂ ਦਾ ਪੁਲ ਨਸ਼ਟ ਕਰ ਦਿੱਤਾ ਸੀ ਤੇ ਬਰਫ਼ ਦੇ ਛੇਤੀ ਕੁਰਤੇ ਪਿਘਲਣ ਨਾਲ ਅਟਕ ਵਿੱਚ ਹੜ੍ਹ ਆਇਆ ਹੋਇਆ ਸੀ। ਉਸ ਦਾ ਪੁੱਤਰ ਕਿਲੇ ਵਿੱਚ ਘਿਰਿਆ ਹੋਇਆ ਸੀ ਤੇ ਆਲੇ ਦੁਆਲੇ ਦਾ ਸਾਰਾ ਇਲਾਕਾ ਉਸ ਦੇ ਲਹੂ ਦਾ ਧਿਆਇਆ ਸੀ। ਜਿਹੜੇ ਆਦਮੀਆਂ ਨੇ ਜਹਾਂਗੀਰ ਦੇ ਕਿਲੇ ਨੂੰ ਘੇਰਿਆ ਹੋਇਆ ਸੀ, ਉਹਨਾਂ ਵਿੱਚੋਂ ਅਜ਼ੀਜ਼ ਖਾਂ ਦਾ ਭਰਾ ਇੱਕ ਤੋਂ ਵੱਧ ਵਾਰ ਲਾਹੌਰ ਦਰਬਾਰ ਨੂੰ ਖਿਰਾਜ ਭਰਨ ਵਾਲਾ ਦੋਸਤ ਮੁਹੰਮਦ ਤੇ ਕਸ਼ਮੀਰ ਦਾ ਸਾਬਕਾ ਗਵਰਨਰ ਜਵਾਰ ਖਾਂ ਸੀ। ਇੱਕ ਦਿਨ ਸਵੇਰੇ ਹੀ ਦਰਬਾਰ ਦੇ ਸੈਨਾ ਨੇ ਆਪਣਾ ਬਹੁਤ ਸਾਰਾ ਕੀਮਤੀ ਜੰਗੀ ਸਮਾਨ ਗੁਆਉਣ ਪਿੱਛੋਂ ਦਰਿਆ ਪਾਰ ਕਰ ਲਿਆ, ਪਰੰਤੂ ਪੰਜਾਬੀਆਂ ਨੇ ਅਚਾਨਕ ਹੀ ਦੁਸ਼ਮਣ ਨੂੰ ਜਾ ਘੇਰਿਆ ਤੇ ਉਹਨਾਂ ਨੂੰ ਜਹਾਂਗੀਰੇ ਦੇ ਕਿਲੇ ਨੂੰ ਪਾਇਆ ਘੇਰਾ ਚੁੱਕਣ ਲਈ ਮਜਬੂਰ ਕਰ ਦਿੱਤਾ। ਖਟਕਾਂ ਤੇ ਯੂਸਫੀ ਕਬੀਲਿਆਂ ਨੇ ਪੀਰ ਸਾਬਕ ਦੀ ਚੋਟੀ ਤੇ ਜਹਾਂਗੀਰ ਤੇ ਪਿਸ਼ਾਵਰ ਦੇ ਵਿਚਕਾਰ ਮੋਰਚੇ ਬਣਾ ਲਏ। ਆਜ਼ਮ ਖਾਂ ਦੇ ਭਰਾਵਾਂ ਅਧੀਨ ਅਫਗਾਨਾਂ ਦੀ ਫੌਜ ਦਾ ਵੱਡਾ ਹਿੱਸਾ ਕਬਾਇਲੀ ਗਾਜੀਆਂ ਨਾਲੋਂ ਇੱਕ ਛੋਟੀ ਪਰ ਤੇਜ਼ ਵਗਦੀ ਲੰਡਾ ਨਦੀ ਨੇ ਵੱਖ ਕੀਤਾ ਹੋਇਆ ਸੀ। ਪੰਜਾਬੀ ਤੋਪਖਾਨਾ ਕਬਾਇਲੀਆਂ ਤੋਂ ਪਾਸੇ ਦੀ ਲੰਘ ਕੇ ਲੰਡਾ ਦਰਿਆ ਤੇ ਪਹੁੰਚ ਗਿਆ ਤੇ ਦੂਸਰੇ ਕਿਨਾਰੇ ਦੀ ਸੈਨਾ ਤੇ ਭਾਰੀ ਤੋਪਾਂ ਸੇਧ ਦਿੱਤੀਆਂ। ਜਦੋਂ ਅਜੀਮਾ ਖਾਂ ਨੂੰ ਸਥਿਤੀ ਬਾਰੇ ਜਾਣਕਾਰੀ ਮਿਲੀ ਤਾਂ ਪਿਸ਼ਾਵਰ ਤੋਂ ਬੜੇ ਜੋਸ਼ ਨਾਲ ਧਾਵਾ ਕਰਕੇ ਲੰਡੇ ਦਰਿਆ ਦੇ ਕਿਨਾਰੇ ਆਪਣੇ ਭਰਾਵਾਂ ਨੂੰ ਆ ਮਿਲਿਆ। ਉਹ ਦੂਸਰੇ ਪਾਸੇ ਤੇ ਤੋਪਾਂ ਬੀੜੀਆਂ ਹੋਣ ਕਾਰਨ ਨਦੀ ਪਾਰ ਨਾ ਕਰ ਸਕੇ। ਭਰਾਵਾਂ ਵੱਲੋਂ ਰੱਖਿਆ ਵਿਹੂਣੇ ਪੱਤਨ ਤੋਂ ਦਰਿਆ ਪਾਰ ਕਰਨ
ਤੋਂ ਪਹਿਲਾਂ ਹੀ ਪੰਜਾਬੀਆਂ ਨੇ ਪੀਰ ਸਾਬਕ ਪਹਾੜੀ ਤੇ ਹਮਲਾ ਕਰ ਦਿੱਤਾ। ਕਬਾਇਲੀ ਲਸ਼ਕਰ ਸਿਰਧੜ ਦੀ ਬਾਜੀ ਲਾ ਕੇ ਲੜਿਆ, ਪਰੰਤੂ ਦਰਬਾਰ ਦੇ ਗੋਰਖੇ ਤੇ ਮੁਸਲਮਾਨ ਨਜ਼ੀਮ ਉਨ੍ਹਾਂ ਤੇ ਭਾਰੂ ਹੋ ਗਏ। ਉਸ ਸਮੇਂ ਫੂਲਾ ਸਿੰਘ ਤੇ ਉਹਦੇ ਨਿਹੰਗਾਂ ਦਾ ਜੱਥਾ ਲੜਾਈ ਨੂੰ ਸ਼ਾਨਦਾਰ ਮੋੜ ਦੇਣ ਲਈ ਉੱਪਰ ਵੱਲ ਵਧਿਆ। ਉਨ੍ਹਾਂ ਨੇ ਖਟਕਾਂ ਤੇ ਯੂਸਫੀਆਂ ਨੂੰ ਅੱਗੇ ਲਾ ਲਿਆ ਤੇ ਲੰਡਾ ਦਰਿਆ ਤੇ ਤੋਪਖਾਨੇ ਗੇੜੇ ਦੇ ਕੇ ਪਾਈਆਂ ਰੋਕਾਂ ਨੂੰ ਗੋਲਾਬਾਰੀ ਨਾਲ ਖਤਮ ਕਰ ਦਿੱਤਾ। ਜੰਗ ਦੇ ਮੈਦਾਨ ਵਿੱਚ 4000 ਕਬਾਇਲੀ ਮਾਰੇ ਗਏ। ਮੁਹੰਮਦ ਆਜ਼ਮ ਖਾਂ ਦਰਿਆ ਦੇ ਦੂਸਰੇ ਕਿਨਾਰੇ ਤੇ ਖੜਾ ਇਹ ਕਤਲਾਮ ਹੁੰਦਾ ਦੇਖਦਾ ਰਿਹਾ, ਪਰ ਉਹ ਇਸ ਬਾਰੇ ਕੁਝ ਕਰ ਸਕਣ ਦੇ ਸਮਰੱਥ ਨਹੀਂ ਸੀ। ਉਹ ਪਿਸ਼ਾਵਰ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਇਤਨਾ ਸ਼ਰਮਸਾਰ ਹੋ ਗਿਆ ਕਿ ਉਹ ਅਫਗਾਨਿਸਤਾਨ ਚਲਾ ਗਿਆ, ਜਿੱਥੇ ਛੇਤੀ ਮਗਰੋਂ ਉਸ ਦੀ ਮੌਤ ਹੋ ਗਈ। ਪੀਰ ਸਾਬਕ ਦੀ ਜਿੱਤ ਬਦਲੇ ਪੰਜਾਬੀਆਂ ਨੂੰ ਸੈਨਿਕਾਂ ਤੇ ਸਾਜੋ ਸਮਾਨ ਦੇ ਰੂਪ ਵਿੱਚ ਭਾਰੀ ਕੀਮਤ ਤਾਰਨੀ ਪਈ। ਇਸ ਲੜਾਈ ਵਿੱਚ ਮਾਰੇ ਗਏ ਜਰਨੈਲਾਂ ਵਿੱਚ ਫੂਲਾ ਸਿੰਘ ਤੇ ਗੋਰਖਾ ਕਮਾਂਡਰ ਬਲਭੱਦਰ ਵੀ ਸ਼ਾਮਿਲ ਸਨ, ਪਰ ਅਫਗਾਨਾਂ ਨੂੰ ਇਸ ਹਾਰ ਨੇ ਕੁਚਲ ਕੇ ਰੱਖ ਦਿੱਤਾ ਤੇ ਪਠਾਨ ਕਬਾਇਲੀਆਂ ਨੂੰ ਪੰਜਾਬੀ ਫੌਜ ਦੀ ਸ੍ਰੇਸ਼ਟਤਾ ਦਾ ਵਿਸ਼ਵਾਸ ਹੋ ਗਿਆ। 3 ਦਿਨ ਮਗਰੋਂ ਮਹਾਰਾਜਾ ਆਪਣੀ ਜੇਤੂ ਫੌਜ ਨਾਲ ਪਿਸ਼ਾਵਰ ਵਿੱਚ ਦਾਖਲ ਹੋਇਆ। ਸ਼ਹਿਰੀਆਂ ਨੇ ਉਸ ਦਾ ਸਵਾਗਤ ਕੀਤਾ ਤੇ ਉਸ ਨੂੰ ਨਜ਼ਰਾਨਾ ਭੇਟ ਕੀਤਾ। ਮਹਾਰਾਜੇ ਦੀ ਉੱਥੇ ਠਾਹਰ ਤੇ ਉਤਾਲਾ ਸੁਖ ਚੈਨ ਭਰਪੂਰ ਨਹੀਂ ਸੀ। ਜੋ ਕੁਝ ਕਬਾਇਲੀ ਖੁੱਲ੍ਹੇ ਮੈਦਾਨ ਵਿੱਚ ਕਰ ਸਕਣ ਵਿੱਚ ਸਫਲ ਨਾ ਹੋਏ, ਉਨ੍ਹਾਂ ਨੇ ਹਨੇਰੇ ਦੀ ਆੜ ਵਿੱਚ ਪੰਜਾਬੀ ਸੈਨਿਕਾਂ ਦੇ ਅਕਾਰਨ ਕਤਲ ਕਰਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬੀ ਕਬਾਇਲੀਆਂ ਦੀਆਂ ਚਲਾਕੀਆਂ ਤੇ ਪੈਂਤੜਬਾਜ਼ੀਆਂ ਕਾਰਨ ਥੱਕ ਚੁੱਕੇ ਸਨ। ਕੁਝ ਦਿਨ ਮਗਰੋਂ ਯਾਰ ਮੁਹੰਮਦ ਤੇ ਦੋਸਤ ਮੁਹੰਮਦ ਦੋਵੇਂ ਹੀ ਮਹਾਰਾਜੇ ਦੇ ਦਰਬਾਰ ਵਿੱਚ ਪੇਸ਼ ਹੋਏ ਤੇ ਉਨ੍ਹਾਂ ਨੇ ਮਾਫ਼ੀ ਲਈ ਬੇਨਤੀ ਕੀਤੀ, ਤਾਂ ਮਹਾਰਾਜੇ ਨੇ ਉਨ੍ਹਾਂ ਨੂੰ ਤੁਰੰਤ ਹੀ ਮਾਫ਼ ਕਰ ਦਿੱਤਾ ਤੇ ਉਨ੍ਹਾਂ ਦੇ ਤੋਹਫ਼ੇ ਤੇ ਘੋੜੇ ਖਿਰਾਜ ਵਜੋਂ ਪ੍ਰਵਾਨ ਕਰ ਲਏ। ਯਾਰ ਮੁਹੰਮਦ ਨੇ 1,10,000 ਸਾਲਾਨਾ ਮਾਮਲਾ ਲਾਹੌਰ ਦਰਬਾਰ ਨੂੰ ਦੇਣ ਦਾ ਵਚਨ ਦਿੱਤਾ ਤੇ ਮਹਾਰਾਜੇ ਨੇ ਉਸ ਨੂੰ ਪੇਸ਼ਾਵਰ ਦੇ ਗਵਰਨਰ ਵਜੋਂ ਬਹਾਲ ਕਰ ਦਿੱਤਾ। ਪਠਾਨਾਂ ਤੇ ਅਫਗਾਨਾਂ ਉੱਪਰ ਪੰਜਾਬੀਆਂ ਦੀ ਜਿੱਤ ਨਾਲ ਅੰਗਰੇਜ਼ੀ ਹਲਕਿਆਂ ਵਿੱਚ ਡਰ ਪੈਦਾ ਹੋ ਗਿਆ। ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਪੰਜਾਬੀਆਂ ਦੀਆਂ ਉੱਤਰ ਤੇ ਉੱਤਰ ਪੱਛਮ ਵਿੱਚ ਭੂਗੋਲਿਕ ਸੀਮਾਵਾਂ ਬਹੁਤ ਦੂਰ ਤੱਕ ਪਹੁੰਚ ਗਈਆਂ ਹਨ। ਉਹਨਾਂ ਤੋਂ ਪਰੇ ਤਾਂ ਦੁਰਗਮ ਤੇ ਅਪਹੁੰਚ ਪਰਬਤ ਤੇ ਨਿਰਲਾਭ ਇਲਾਕੇ ਹਨ, ਤੇ ਜੇ ਪੰਜਾਬੀ ਸਾਮਰਾਜ ਦਾ ਕਿਸੇ ਪਾਸੇ ਫੈਲਾਅ ਹੋ ਸਕਦਾ ਹੈ ਤਾਂ ਸਿੰਧ ਦੇ ਥਲ ਤੋਂ ਪਾਰ ਸਮੁੰਦਰ ਤੱਕ ਜਾਂ ਸਮੁੰਦਰ ਤੋਂ ਪਾਰ ਹਿੰਦੁਸਤਾਨ ਵੱਲ ਹੋ ਸਕਦਾ ਹੈ। ਅੰਗਰੇਜ਼ੀ ਸਰਕਾਰ ਨੇ ਮਹਿਸੂਸ ਕੀਤਾ ਕਿ ਇਸ ਨੂੰ ਪੰਜਾਬੀਆਂ ਦੀ ਆਕਰਮਣਸ਼ੀਲਤਾ ਨੂੰ ਬੇਕਾਬੂ ਹੋਣ ਤੋਂ ਪਹਿਲਾਂ ਹੀ ਰੋਕ ਦੇਣਾ ਚਾਹੀਦਾ ਹੈ ਤੇ ਸਿੰਧ ਦੇ ਅਮੀਰਾਂ ਨਾਲ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਜਦੋਂ ਅੰਗਰੇਜ਼ਾਂ ਤੇ ਸਿੰਧੀਆਂ ਨਾਲ ਗੱਲਬਾਤ ਹੋਣ ਦੀਆਂ ਖਬਰਾਂ ਲਾਹੌਰ ਪਹੁੰਚੀਆਂ ਤੇ ਜਿਨ੍ਹਾਂ ਦਾ ਜਿੱਤਾਂ ਨਾਲ ਹੌਸਲਾ ਵਧਿਆ ਹੋਇਆ ਸੀ, ਉਹ ਅੰਗਰੇਜ਼ਾਂ ਨਾਲ ਸਦਾ ਲਈ ਇਸ ਸਮੱਸਿਆ ਨੂੰ ਨਿਬੇੜਨ ਬਾਰੇ ਲੋਹੇ ਲਾਖੇ ਹੋਣ ਲੱਗੇ। ਕੁਝ ਹੀ ਮਹੀਨਿਆਂ ਅੰਦਰ ਭਾਰਤ ਦਾ ਸਤਲੁਜ ਕਿਨਾਰੇ ਸੈਨਾ ਦੇ ਇਕੱਠੇ ਹੋਣ ਦੀਆਂ ਖਬਰਾਂ ਦਰਬਾਰ ਵੱਲੋਂ ਉਪ ਮਹਾਦੀਪ ਉੱਪਰ ਅਧਿਕਾਰ ਕਰਨ ਦੀਆਂ ਅਫਵਾਹਾਂ ਉੱਠਣੀਆਂ ਸ਼ੁਰੂ ਹੋ ਗਈਆਂ। ਗੱਲਬਾਤ ਦਾ ਕੋਈ ਸਿੱਟਾ ਨਿਕਲਣ ਤੋਂ ਪਹਿਲਾਂ ਹੀ ਅੰਗਰੇਜ਼ਾਂ ਤੇ ਬਰਮੀਆਂ ਵਿਚਕਾਰ ਲੜਾਈ ਸ਼ੁਰੂ ਹੋਈ। ਇਸ ਨਾਲ ਅੰਗਰੇਜ਼ਾਂ ਵਿੱਚ ਉੱਤਰ ਪੱਛਮੀ ਸੀਮਾ ਬਾਰੇ ਘਬਰਾਹਟ ਪੈਦਾ ਹੋ ਗਈ, ਪਰੰਤੂ ਗਵਰਨਰ ਜਨਰਲ ਰਣਜੀਤ ਸਿੰਘ ਦੇ ਵਾਰ-ਵਾਰ ਪ੍ਰਗਟ ਕੀਤੇ ਦੋਸਤੀ ਦੇ ਦਾਅਵਿਆਂ ਤੇ ਵਿਸ਼ਵਾਸ ਕਰਕੇ ਪੰਜਾਬ ਵਿੱਚ ਜੰਗ ਵਰਗੀਆਂ ਤਿਆਰੀਆਂ ਦੀਆਂ ਅਫਵਾਹਾਂ ਬਾਰੇ ਪੁੱਛਗਿੱਛ ਕਰਨ ਤੋਂ ਰੁਕ ਗਿਆ। ਜੁਲਾਈ 1825 ਵਿੱਚ ਮਿਸਰ ਦੀਵਾਨ ਚੰਦ ਮਰ ਗਿਆ। ਮੋਹਕਮ ਚੰਦ, ਉਹਦੇ ਪੋਤਰੇ ਰਾਮ ਦਿਆਲ, ਫੂਲਾ ਸਿੰਘ ਤੇ ਦੀਵਾਨ ਚੰਦ ਜਿਹੇ ਆਦਮੀਆਂ ਦੇ ਮਰ ਜਾਣ ਮਗਰੋਂ ਦਰਬਾਰ ਵਿੱਚ ਸਹੀ ਯੋਗਤਾ ਵਾਲੇ ਬੜੇ ਥੋੜ੍ਹੇ ਪੰਜਾਬੀ ਜਰਨੈਲ ਰਹਿ ਗਏ ਸਨ। ਇਸ ਦੇ ਫਲਸਰੂਪ ਦਰਬਾਰ ਨੂੰ ਆਪਣੀ ਯੁੱਧ ਨੀਤੀ ਦੀ ਯੋਜਨਾ ਤਿਆਰ ਕਰਨ ਲਈ ਯੂਰਪੀਅਨ ਅਫਸਰਾਂ ਤੇ ਖਾਸ ਕਰਕੇ ਵੇਤੂਰਾ ਉੱਪਰ ਹੀ ਵਧੇਰੇ ਨਿਰਭਰ ਰਹਿਣਾ ਪਿਆ। ਸੈਨਾ ਦੀ ਨਾਮ ਮਾਤਰ ਅਗਵਾਈ ਰਣਜੀਤ ਸਿੰਘ ਦੇ ਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਸੌਂਪੀ ਜਾ ਸਕਦੀ ਸੀ। ਪਹਿਲਾਂ ਖੜਕ ਸਿੰਘ ਕੋਲ ਹੁੰਦੀ ਸੀ,
ਪਰ ਵਧੇਰੇ ਕਰਕੇ ਉੱਭਰ ਰਹੇ ਸੈਨਾ ਕਮਾਂਡਰ ਵਜੋਂ ਸ਼ੇਰ ਸਿੰਘ ਨੇ ਆਪਣੇ ਪਿਤਾ ਦਾ ਧਿਆਨ ਖਿੱਚਿਆ ਸੀ ਤੇ ਆਮ ਸੈਨਿਕਾਂ ਵਿੱਚ ਵੀ ਉਹ ਬੜਾ ਹਰਮਨ ਪਿਆਰਾ ਸੀ। ਸ਼ੇਰ ਸਿੰਘ ਦੇ ਆਪਣੇ ਪਿਤਾ ਉੱਪਰ ਵੱਧ ਰਹੇ ਪ੍ਰਭਾਵ ਨੇ ਖੜਕ ਸਿੰਘ ਤੇ ਉਸ ਦੀ ਮਾਤਾ ਰਾਜ ਕੌਰ ਦੇ ਮਨ ਵਿੱਚ ਤੌਖਲੇ ਨੂੰ ਜਨਮ ਦਿੱਤਾ। ਜਨਵਰੀ 1826 ਈਸਵੀ ਵਿੱਚ ਜਦੋਂ ਮਹਾਰਾਜਾ ਦੌਰੇ ਤੇ ਗਿਆ ਤਾਂ ਉਸ ਨੇ ਸ਼ੇਰ ਸਿੰਘ ਨੂੰ ਲਾਹੌਰ ਵਿੱਚ ਆਪਣੀ ਥਾਂ ਤੇ ਨਾਇਬ ਨਿਯੁਕਤ ਕੀਤਾ। ਖੜਕ ਸਿੰਘ ਦੀ ਆਲਸ, ਆਰਾਮਪ੍ਰਸਤੀ ਤੇ ਖਰਵੇਂ ਸੁਭਾਅ ਉਹਦੇ ਸਭ ਤੋਂ ਵੱਡੇ ਦੁਸ਼ਮਣ ਸਨ, ਪਰੰਤੂ ਉਸਨੇ ਆਪਣੇ ਪਿਤਾ ਦੇ ਰੁੱਖੇ ਵਤੀਰੇ ਪ੍ਰਤੀ ਬੜੀ ਛੇਤੀ ਹੀ ਪ੍ਰਤੀਕਰਮ ਦਿਖਾਇਆ। ਉਸੇ ਸਾਲ ਹੀ ਜਦੋਂ ਰਣਜੀਤ ਸਿੰਘ ਬਿਮਾਰ ਹੋਇਆ ਤਾਂ ਉਸਨੇ ਅੰਗਰੇਜ਼ਾਂ ਨਾਲ ਗੱਦੀ ਨਸ਼ੀਨੀ ਪ੍ਰਤੀ ਉਹਨਾਂ ਦੇ ਸਮਰਥਨ ਦਾ ਵਿਸ਼ਵਾਸ ਪ੍ਰਾਪਤ ਕਰਨ ਲਈ ਉਹਨਾਂ ਨਾਲ ਸੰਪਰਕ ਕਾਇਮ ਕੀਤਾ। ਸੰਤਾਨ ਬਾਰੇ ਸਥਿਤੀ ਅਜੇ ਅਨਿਸ਼ਚਿਤ ਹੀ ਸੀ ਕਿ ਰਣਜੀਤ ਸਿੰਘ ਦਾ ਮਿੱਤਰ ਤੇ ਹਰ ਦੁੱਖ ਸਮੇਂ ਵਿੱਚ ਭਰਾ ਵਾਂਗ ਸਾਥ ਦੇਣ ਵਾਲਾ ਫਤਿਹ ਸਿੰਘ ਆਹਲੂਵਾਲੀਆ ਅਚਾਨਕ ਭੈ-ਭੀਤ ਹੋ ਕੇ ਸਤਲੁਜ ਤੋਂ ਪਾਰ ਚਲਾ ਗਿਆ। ਉਸ ਦਾ ਡਰ ਤੇ ਘਬਰਾਹਟ ਬਿਲਕੁਲ ਹੀ ਅਕਾਰਨ ਤੇ ਬੇਲੋੜੇ ਨਹੀਂ ਸਨ। ਮਹਾਰਾਜੇ ਨੇ ਸਤਲੁਜ ਦੇ ਉੱਤਰ ਵੱਲ ਸਾਰੀਆਂ ਮਿਸਲਾਂ ਤੇ ਰਿਆਸਤਾਂ ਵਾਰੋ-ਵਾਰੀ ਖਤਮ ਕਰ ਦਿੱਤੀਆਂ ਸਨ ਤੇ ਹੁਣ ਇਕੱਲਾ ਆਹਲੂਵਾਲੀਆ ਘਰਾਣਾ ਹੀ ਰਹਿ ਗਿਆ ਸੀ। ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਥੋੜੇ ਸਮੇਂ ਨੂੰ ਫਤਿਹ ਸਿੰਘ ਦਾ ਹਾਲ ਵੀ ਦੂਸਰੇ ਸਰਦਾਰਾਂ ਵਰਗਾ ਹੋ ਜਾਵੇਗਾ। ਸ਼ਰਾਰਤ ਦੀ ਜੜ ਫਤਿਹ ਸਿੰਘ ਦੇ ਲਾਹੌਰ ਵਿੱਚ ਨਿਯੁਕਤ ਪ੍ਰਤੀਨਿਧ ਹੀ ਸਨ, ਜਿਹੜੇ ਉਸ ਨੂੰ ਪੰਜਾਬ ਤੋਂ ਨੱਠ ਕੇ ਜਾਣ ਲਈ ਪ੍ਰੇਰਦੇ ਸਨ। ਫਤਿਹ ਸਿੰਘ ਸਤਲੁਜ ਪਾਰ ਕਰ ਗਿਆ ਤੇ ਉਸ ਨੇ ਅੰਗਰੇਜ਼ਾਂ ਤੋਂ ਸੁਰੱਖਿਆ ਦੀ ਮੰਗ ਕੀਤੀ। ਅੰਗਰੇਜ਼ ਵੀ ਸਰਦਾਰ ਦੇ ਉਹਨਾਂ ਦੇ ਇਲਾਕੇ ਵਿੱਚ ਪਹੁੰਚਣ ਤੇ ਉਤਨਾ ਹੀ ਪਰੇਸ਼ਾਨ ਹੋਏ ਸਨ ਜਿਤਨਾ ਦੁਖੀ। ਮਹਾਰਾਜਾ ਆਪਣੇ ਸਭ ਤੋਂ ਨਜ਼ਦੀਕ ਮਿੱਤਰ ਤੇ ਉਸ ਦੇ ਸ਼ੱਕ ਬਾਰੇ ਸੁਣ ਕੇ ਦੁਖੀ ਹੋਇਆ, ਜੋ ਉਹ ਅੰਦਰੋਂ ਅੰਦਰ ਮਨ ਵਿੱਚ ਵਸਾਈ ਬੈਠਾ ਸੀ। ਖੁਸ਼ਕਿਸਮਤੀ ਨਾਲ ਕਿਸੇ ਵੀ ਧਿਰ ਨੇ ਸਥਿਤੀ ਦਾ ਨਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਨਾ ਕੀਤੀ। ਮਹਾਰਾਜੇ ਨੇ ਆਪਣਾ ਨਿੱਜੀ ਦੂਤ ਫਤਿਹ ਸਿੰਘ ਨੂੰ ਇਹ ਭਰੋਸਾ ਦੇਣ ਲਈ ਭੇਜਿਆ ਕਿ ਉਸ ਦੇ ਸਭ ਡਰ ਭੈ ਕਲਪਿਤ ਹਨ ਤੇ ਅੰਗਰੇਜ਼ ਪ੍ਰਤੀਨਿਧ ਨੇ ਵੀ ਉਸ ਨੂੰ ਵਾਪਸ ਜਾਣ ਲਈ ਤੇ ਰਣਜੀਤ ਸਿੰਘ ਨਾਲ ਸੁਲ੍ਹਾ ਕਰਨ ਲਈ ਪ੍ਰੇਰਿਆ। ਸ਼ਰਮਿੰਦਾ ਹੋਇਆ ਫਤਿਹ ਸਿੰਘ ਆਪਣੇ ਵਤਨ ਪੰਜਾਬ ਵਿੱਚ ਆਪਣੇ ਘਰ ਪਹੁੰਚ ਗਿਆ। ਮਹਾਰਾਜੇ ਨੇ ਆਪਣੇ ਪੋਤਰੇ ਨੌ ਨਿਹਾਲ ਸਿੰਘ ਤੇ ਧਿਆਨ ਸਿੰਘ ਨੂੰ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਰਾਜੇ ਦੀ ਉਪਾਧੀ ਦਿੱਤੀ ਗਈ ਸੀ ਤੇ ਮੰਤਰੀ ਮੰਡਲ ਦਾ ਮੁਖੀ ਥਾਪਿਆ ਗਿਆ ਸੀ, ਨੂੰ ਸਵਾਗਤ ਕਰਨ ਤੇ ਲਾਹੌਰ ਲੈ ਕੇ ਆਉਣ ਲਈ ਭੇਜਿਆ। ਆਹਲੂਵਾਲੀਆ ਮਿਸਲ ਦੇ ਸਦੀਵੀ ਰਾਜ ਦੀ ਤਸਦੀਕ ਕੀਤੀ ਗਈ ਤੇ ਉਸ ਨੂੰ ਕੀਮਤੀ ਤੋਹਫਿਆਂ ਨਾਲ ਲੱਦ ਦਿੱਤਾ ਗਿਆ। ਅੱਜ ਅਸੀਂ ਇਸ ਕਿਤਾਬ ਦੇ 256 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।